विचारिता पर उपकारी विद्या विचारिता पर उपकारी। ਉਹ ਸੀਤੇ ਬੁੱਲਾਂ ਦਾ ਸੁਨੇਹਾ ਜਿਹੜਾ ਉਹ ਜਦੋਂ ਤੇ ਸੀਤੇ ਬੁੱਲਾਂ ਦਾ ਸੁਨੇਹਾ ਸੀਤੇ ਬੁੱਲ ਕੀ ਨੇ, ਕਿਉਂ ਸੀਤੇ, ਕਿੰਨੇ ਸੀਤੇ ਤੇ ਉਹਨਾਂ ਦਾ ਸੁਨੇਹਾ ਕੀ ਹੈ, ਜਿਹੜੇ ਚੁੱਪ ਦੇ ਬੋਲ ਨੇ ਉਹਨਾਂ ਦਾ ਸੁਨੇਹਾ ਕੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਹੁਤ ਤੁਹਾਨੂੰ ਆਪਣੇ ਵੱਲ ਖਿੱਚਦੀਆਂ ਨੇ। ਦੂਸਰੀ ਗੱਲ ਜਿਹੜੀ ਹੈ ਉਹ ਮੈਂ ਦੇਖ ਰਹੀ ਹਾਂ ਇਹਦੇ ਵਿੱਚ ਕਿ ਇਹਦੇ ਵਿੱਚ ਜਿਹੜੀਆਂ ਕਹਾਣੀਆਂ ਨੇ ਸਾਰੀਆਂ ਉਹ ਮੈਂ ਆਪਣੇ ਆਪ ਦੀ ਆਪਣੀ ਗੱਲ ਕਰਦੀ ਹਾਂ ਕਿ ਮੈਂ ਇੱਕ ਆਮ ਪਾਠਕ ਵਾਂਗੂ ਇਹ ਕਹਾਣੀਆਂ ਪੜ੍ਹਨ ਲੱਗੀ, ਜਿਹੜਾ ਕਿ ਮੈਂ ਕਈ ਵਾਰੀ ਕਹਾਣੀ ਪੜ੍ਹ ਕੇ ਛੱਡ ਦਿੰਦੀ ਹੁੰਦੀ ਹਾਂ, ਪਰ ਇਹ ਕਹਾਣੀਆਂ ਸਾਰੀਆਂ ਐਸੀਆਂ ਸੀ ਕਿ ਜਦੋਂ ਇੱਕ ਵਾਰੀ ਸ਼ੁਰੂ ਕਰ ਲਓ ਤਾਂ ਤੁਹਾਨੂੰ ਲੱਗਦਾ ਕਿ ਜਦ ਤੱਕ ਖਤਮ ਨਹੀਂ ਹੁੰਦੀ ਤੁਸੀਂ ਉੱਠ ਨਹੀਂ ਸਕਦੇ। ਔਰ ਇਹਦੇ ਵਿੱਚ ਰੌਚਕਤਾ, ਉਤਸੁਕਤਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਹੁਤ ਸੋਹਣੀ ਤਰ੍ਹਾਂ ਨਾਲ ਪਰੋਈਆਂ ਹੋਈਆਂ ਨੇ। ਕਹਾਣੀ ਸ਼ੁਰੂ ਹੁੰਦੀ ਹੈ ਔਰ ਇੱਕ ਖੂਬਸੂਰਤੀ ਮੇਰੇ ਵਿੱਚ ਇਹ ਵੀ ਲੱਗੀ ਕਿ ਜਿਵੇਂ ਬਲਦੇਵ ਗਰੇਵਾਲ ਜੀ ਨੇ ਇਹ ਕਹਾਣੀਆਂ ਲਿਖੀਆਂ ਨੇ ਉਹ ਉੱਤਮ ਪੁਰਖ ਵਿੱਚ ਲਿਖੀਆਂ, ਮਤਲਬ ਉਹ ਆਪਣੇ ਮੈਂ ਕਰਕੇ ਗੱਲ ਕਰਦਾ, ਜਿਵੇਂ ਉਹ ਪਾਤਰ ਜਿਹੜਾ ਖੁਦ ਉਹਦੇ ਨਾਲ ਵਾਪਰਿਆ ਹੋਵੇ ਔਰ ਉਨੀ ਸ਼ਿੱਦਤ ਦੇ ਨਾਲ ਉਹ ਉਹਨਾਂ ਕਹਾਣੀਆਂ ਨੂੰ ਮਹਿਸੂਸ ਕਰਦਾ ਔਰ ਏਦਾਂ ਲੱਗਦਾ ਜਿਵੇਂ ਉਹ ਕੋਈ ਡਾਇਰੀ ਦੇ ਪੰਨੇ ਪੜ੍ਹ ਰਿਹਾ ਹੋਵੇ ਜਾਂ ਆਪਣੀ ਹੱਡ ਬੀਤੀ ਸੁਣਾ ਰਿਹਾ ਹੋਵੇ। ਉਹ ਜਿਵੇਂ ਜਿੰਨੀ ਰੌਚਕਤਾ ਪਿਛਲੀਆਂ ਜਿਹੜੀਆਂ ਲੋਕ ਕਹਾਣੀਆਂ ਬਾਤਾਂ ਵਿੱਚ ਹੁੰਦੀ ਸੀ ਉਹ ਰੌਚਕਤਾ ਮੈਨੂੰ ਇਹਨਾਂ ਕਹਾਣੀਆਂ ਦੇ ਵਿੱਚ ਲੱਗੀ ਹੈ। ਫਿਰ ਉਹਨਾਂ ਨੇ ਕਈ ਸਮੱਸਿਆਵਾਂ ਜਿਹੜੀਆਂ ਨੇ ਔਰ ਇਹਨਾਂ ਦੀਆਂ ਕਹਾਣੀਆਂ ਬਾਬੇ ਆਦਮ ਤੋਂ ਲੈ ਕੇ ਹੁਣ ਦੇ ਆਦਮੀ ਤੱਕ ਇਹ ਜਿਹੜੀ ਕਹਾਣੀਆਂ ਦਾ ਇਹਨਾਂ ਦਾ ਜ਼ਿਕਰ ਹੈ। ਇਹਦੇ ਵਿੱਚ ਇੱਕ ਇਤਿਹਾਸ ਹੈ ਸਾਡਾ ਇਹਨਾਂ ਕਹਾਣੀਆਂ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਸਿਰਜਿਆ ਨਾਲ ਕਿ ਕਦਰਾਂ ਕੀਮਤਾਂ ਜਿਹੜੀਆਂ ਪਹਿਲਾਂ ਕੀ ਸੀ ਹੁਣ ਕੀ ਨੇ। ਫਿਰ ਇਹਨਾਂ ਦਾ ਜਿਹੜਾ ਇੱਕ ਦਾਇਰਾ ਹੈਗਾ ਉਹ ਇਹਨਾਂ ਨੇ ਸ਼ੁਰੂ ਤੋਂ, ਕਿਉਂਕਿ ਇਹਨਾਂ ਨੇ ਪਹਿਲਾਂ ਇੱਥੇ ਅਜੀਤ ਅਖਬਾਰ ਦੇ ਵਿੱਚ ਵੀ ਇਹ ਸ਼ਾਇਦ ਸੰਪਾਦਕ ਰਹੇ ਨੇ ਔਰ ਉਸ ਤੋਂ ਬਾਅਦ ਜਾ ਕੇ ਉੱਥੇ ਬਾਹਰ ਜਾ ਕੇ ਵੀ ਪੱਛਮ ਦੇ ਵਿੱਚ ਵੀ ਉੱਥੇ ਨਿਊਯਾਰਕ ਦੇ ਵਿੱਚ ਵੀ ਸ਼ੇਰੇ ਪੰਜਾਬ ਜਿਹੜਾ ਅਖਬਾਰ ਕੱਢਦੇ ਰਹੇ ਨੇ। ਸੋ ਇੱਥੋਂ ਦਾ ਤੇ ਉੱਥੋਂ ਦਾ ਉਹਨਾਂ ਪੱਛਮੀ ਪੂਰਬੀ ਸੱਭਿਆਚਾਰ ਨੂੰ ਵੇਖਿਆ, ਆਪਣੇ ਪਿੰਡੇ ਤੇ ਹੰਡਾਇਆ ਔਰ ਉਹਨੂੰ ਚੰਗੀ ਤਰ੍ਹਾਂ ਲਾਗੋਂ ਨੇੜੇ ਹੋ ਕੇ ਉਹਨਾਂ ਨੇ ਵੇਖਿਆ ਔਰ ਪਿੰਡ ਦੇ ਪਿਆਂ ਤੋਂ ਲੈ ਕੇ ਕੱਚੇ ਪਿਆਂ ਤੋਂ ਲੈ ਕੇ ਇਹਨਾਂ ਨੇ ਬਾਹਰ ਜਿਹੜੇ ਮਤਲਬ ਜਹਾਜ਼ਾਂ ਦਾ ਸਫ਼ਰ ਕਰਕੇ ਔਰ ਉੱਥੋਂ ਦਾ ਤੇ ਇੱਥੋਂ ਦਾ ਸਾਰਾ ਖੂਬ ਚੰਗੀ ਤਰ੍ਹਾਂ ਉਹਨੂੰ ਜਾਣਿਆ, ਪਹਿਚਾਣਿਆ ਤੇ ਮਾਣਿਆ ਉਸਨੂੰ। ਤਾਂ ਉਸ ਕੁਦਰਤੀ ਤੌਰ ਤੇ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਉਹ ਵੰਨ-ਸੁਵੰਨਤਾ ਜਿਹੜੀ ਉਹ ਸਾਨੂੰ ਲੱਭਦੀ ਹੈ, ਮਿਲਦੀ ਹੈ। ਸੋ ਕੋਈ ਵੀ ਕਹਾਣੀ, ਜਿਵੇਂ ਆਪਾਂ ਪਹਿਲੀ ਕਹਾਣੀ ਜਿਹੜੀ ਖੱਟੀ ਕਮਾਈ ਹੈ, ਸ਼ਾਇਦ ਇਹਨਾਂ ਦਾ ਬਾਹਰ ਜਾਣਾ ਜਿਹੜਾ ਸੀਗਾ ਉਹ ਵੀ ਨਾਲ ਨਾਲ ਤੁਰਿਆ ਇਹਨਾਂ ਦੇ। ਤੇ ਉਹ ਖੱਟੀ ਕਮਾਈ ਕਹਾਣੀ ਦੇ ਵਿੱਚ ਵੀ ਜਿਹੜੀ ਸਾਡੀ ਮਾਨਸਿਕਤਾ ਹੈ ਉਹਦੀ ਸਮਝ ਆਉਂਦੀ ਹੈ ਵੀ ਜਿਵੇਂ ਆਮ ਤੌਰ ਤੇ ਹੁੰਦਾ ਕਿ ਸਾਡੇ ਜਿਹੜੇ ਇੱਥੋਂ ਬਾਹਰ ਚਲੇ ਜਾਂਦੇ ਆ, ਪਹਿਲਾਂ ਅਸੀਂ ਉਹਨਾਂ ਨੂੰ ਜ਼ਮੀਨਾਂ ਵੇਚ ਵੱਟ ਕੇ ਸਾਰਿਆਂ ਨੂੰ ਆਪਣਿਆਂ ਨੂੰ ਭੇਜ ਦਿੰਦੇ ਹਾਂ ਔਰ ਉਸ ਤੋਂ ਬਾਅਦ ਸਾਨੂੰ ਲੱਗਦਾ ਕਿ ਹੁਣ ਬਾਹਰ ਚਲੇ ਗਏ, ਉਹ ਉੱਥੋਂ ਜਾ ਕੇ ਆਪਣੇ ਕੱਚੇ ਘਰਾਂ ਨੂੰ ਪੱਕੇ ਘਰ ਬਣਾਉਣ ਦਾ ਸੁਪਨਾ ਲੈ ਕੇ ਜਾਂਦੇ ਆ ਔਰ ਫਿਰ ਜਦੋਂ ਵਾਪਸ ਆਉਂਦਾ ਬੰਦਾ ਫਿਰ ਉਹ ਪੁਰਾਣੇ ਕੱਚੇ ਘਰ ਲੱਭਦਾ, ਉਹ ਮੋਹ ਪਿਆਰ ਲੱਭਦਾ। ਪਰ ਉਹ ਜਿਹੜਾ ਮੋਹ ਪਿਆਰ ਜਿਹੜਾ, ਕਿਉਂਕਿ ਜਿਹੜੇ ਸਾਡੇ ਇੱਥੋਂ ਵਾਲੇ ਵੀ ਲੋਕ ਨੇ, ਇੱਥੋਂ ਵਾਲੇ ਆਪਣੇ ਸਾਡੇ ਆਪਣੇ ਨੇ ਜਿਹੜੇ, ਉਹਨਾਂ ਦੇ ਵਿੱਚ ਉਹਨਾਂ ਨੂੰ ਡਾਲਰਾਂ ਨਾਲ ਪਾਉਂਡਾਂ ਨਾਲ ਪਿਆਰ ਹੋ ਜਾਂਦਾ ਔਰ ਉਹ ਉਡੀਕਣਾ, ਉਹ ਬੰਦੇ ਨੂੰ ਉਡੀਕਣ ਨਾਲੋਂ ਡਾਲਰ ਤੇ ਪਾਉਂਡ ਜਿਹੜੇ ਨੇ ਉਹਨਾਂ ਨੂੰ ਉਡੀਕਣ ਲੱਗ ਪੈਂਦੇ ਆ ਔਰ ਉਹਨਾਂ ਡਾਲਰਾਂ ਪਾਉਂਡਾਂ ਨਾਲ ਹੀ ਜ਼ਮੀਨ ਖਰੀਦੀ ਹੋਈ ਜਾਂ ਘਰ ਬਣਾਏ ਹੋਏ, ਉੱਥੋਂ ਫਿਰ ਉਹ ਦੁਬਾਰਾ ਆ ਕੇ ਉਹ ਮੋਹ ਪਿਆਰ ਲੱਭਣਾ ਜਿਹੜਾ ਉਹ ਬੰਦੇ ਨੂੰ ਬਹੁਤ ਦੁਖੀ ਕਰਦਾ ਜਦੋਂ ਕਿ ਉਹ ਨਹੀਂ ਲੱਭਦਾ। ਕਿਉਂਕਿ ਸਾਨੂੰ ਇੱਥੋਂ ਵਾਲਿਆਂ ਨੂੰ ਉਹਦੇ ਹਿੱਸੇ ਦੀ ਵੀ ਜ਼ਮੀਨ ਵਾਹੁਣ ਦੀ ਆਦਤ ਪੈ ਚੁੱਕੀ ਹੁੰਦੀ ਹੈ ਤੇ ਉਹਦਾ ਆਉਣਾ ਜਿਹੜਾ ਆ ਉਹਨੂੰ ਉਹ ਮੋਹ ਪਿਆਰ, ਜਿਹੜੇ ਮੋਹ ਪਿਆਰ ਦਿਲੋਂ ਕਰਦੇ ਆ ਮਾਂ ਪਿਓ, ਉਹ ਹੌਲੀ ਹੌਲੀ ਜਦੋਂ ਚਲੇ ਜਾਂਦੇ ਆ ਤਾਂ ਉਹ ਜਿਹੜਾ ਇਹ ਜਿਹੜਾ ਹੇਰਵਾ ਆ ਉਹ ਉਹਨਾਂ ਨੂੰ ਉਹ ਆ ਕੇ ਜਿਹੜਾ ਹੁੰਦਾ ਉਹ ਦੁਖੀ ਕਰਦਾ, ਜਿਹੜਾ ਉਹ ਬਹੁਤ ਮਤਲਬ ਰੂਹ ਨੂੰ ਕੰਬਾ ਦੇਣ ਵਾਲੀ ਗੱਲ ਹੁੰਦੀ। ਔਰ ਇਹ ਸਾਰੇ ਹੰਡਾਰੇ, ਅਸੀਂ ਬਹੁਤ ਸਾਰੇ ਲੋਕ ਜਿਹੜੇ ਇਹ ਹੰਡਾਰੇ ਨੇ ਔਰ ਆਮ ਤੌਰ ਤੇ ਸਾਡੀ ਫਿਤਰਤ ਇੱਥੋਂ ਵਾਲਿਆਂ ਦੀ ਹੁੰਦੀ ਹੈ ਕਿ ਆਏ ਹੋ ਤੇ ਕੀ ਲੈ ਕੇ ਆਏ ਹੋ, ਚੱਲੇ ਹੋ ਤੇ ਕੀ ਦੇ ਕੇ ਚੱਲੇ ਹੋ।
ਸੋ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਇਹ ਗੱਲਾਂ ਇੱਕ ਝੰਜੋੜਦੀਆਂ ਨੇ ਵੀ ਇਦਾਂ ਨਹੀਂ ਹੋਣਾ ਚਾਹੀਦਾ। ਜਿਹੜੇ ਪੜ੍ਹਦੇ ਆ ਕਹਾਣੀਆਂ ਉਹਨਾਂ ਨੂੰ ਆਪਣੇ ਆਲੇ ਦੁਆਲੇ ਇਦਾਂ ਦੇ ਪਾਤਰ ਜਿਹੜੇ ਨੇ, ਉਹ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਵੀ ਕੀ ਹੈ ਤੇ ਕੀ ਹੋਣਾ ਚਾਹੀਦਾ, ਉਹ ਵੀ ਮੈਂ ਸਮਝਦੀ ਹਾਂ ਵੀ ਇਹਨਾਂ ਦੀਆਂ ਕਹਾਣੀਆਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਹੀ ਲੱਭਦਾ। ਔਰ ਨਿੱਕੀਆਂ ਨਿੱਕੀਆਂ ਖੁਸ਼ੀਆਂ ਜਿਹੜੀਆਂ ਨੇ, ਜਿਵੇਂ ਉਹ ਕਹਾਣੀ ਇੱਕ 'ਚ ਨਾਵਾਂ 'ਚ ਕੀ ਪਿਆ, ਤੇ ਉਹਦੇ ਵਿੱਚ ਉਹ ਕਿੰਨੀ ਖੂਬਸੂਰਤੀ ਨਾਲ, ਔਰ ਉਹ ਲੋਕ ਜਿਹੜੇ ਨੇ ਇੱਕ ਦੂਜੇ ਨੂੰ, ਉਹਨਾਂ ਦੀ ਜਿਹੜੀ ਸੋਚ ਹੈ ਬੜੀ ਹੈਲਦੀ ਸੋਚ ਹੈ ਉਹਨਾਂ ਦੀ, ਬਾਹਰਲੇ ਲੋਕਾਂ ਦੀ। ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਨੇ ਸਾਨੂੰ ਜਿਵੇਂ ਉਹਨਾਂ ਦੀਆਂ ਅਪਣਾ ਲੈਣੀਆਂ ਚਾਹੀਦੀਆਂ, ਇਹ ਵੀ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਉਹ ਸਾਨੂੰ ਲੱਭਦਾ। ਔਰ ਜਿਹੜੇ ਬਾਕੀ ਜਿਹੜੀਆਂ ਕਹਾਣੀਆਂ, ਕੱਲੀ ਕੱਲੀ ਕਹਾਣੀ ਦਾ ਮੈਂ ਮਤਲਬ ਆਪਣੇ ਵੱਲੋਂ ਅਲੱਗ-ਅਲੱਗ ਕਰਕੇ ਲਿਖਿਆ ਹੋਇਆ, ਜਿਹੜਾ ਕਿ ਮੈਂ ਕਿਸੇ ਅਖਬਾਰ ਨੂੰ ਭੇਜ ਰਹੀ ਹਾਂ ਜਲਦੀ। ਔਰ ਮੈਂ ਕੱਲਾ ਹੁਣ ਇੱਥੇ ਟਾਈਮ, ਕਿਉਂਕਿ ਆਪਣੇ ਕੋਲ ਸਮੇਂ ਦੀ ਘਾਟ ਹੈ, ਇਸ ਕਰਕੇ ਮੈਂ ਉਹਨਾਂ ਨੂੰ ਕੱਲੀਆਂ ਕਹਾਣੀਆਂ ਲੈ ਕੇ ਨਹੀਂ ਗੱਲ ਕਰੂੰਗੀ। ਪਰ ਓਵਰਆਲ ਜੋ ਮੈਨੂੰ ਕਹਾਣੀਆਂ ਪੜ੍ਹ ਕੇ ਇੰਪ੍ਰੈਸ਼ਨ ਜੋ ਪਿਆ, ਮੈਂ ਉਹੀ ਸਿਰਫ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਕਿ ਇਹ ਬੜਾ ਇਤਿਹਾਸ ਜਿਹੜਾ ਉਹਦੇ ਵਿੱਚ ਆਪਣਾ ਹੁਣ ਤੋਂ ਲੈ ਕੇ ਸੱਭਿਆਚਾਰ, ਜੀਵਨ ਜਾਚ ਸਾਡੀ ਇੱਥੋਂ ਦੀ ਉੱਥੋਂ ਦੀ, ਤੇ ਕੀ ਸਾਡੇ ਵਿੱਚ ਜਿਹੜੀਆਂ ਸਾਡੇ 'ਚ ਕਮੀਆਂ ਨੇ। ਕਿਉਂਕਿ ਸਾਡੇ ਨੌਜਵਾਨ ਜਿਹੜੇ ਬਾਹਰ ਜਾ ਕੇ ਕਈ ਵਾਰੀ ਉਹਨਾਂ ਨੂੰ ਮਤਲਬ ਨਹੀਂ ਇਸ ਤਰੀਕੇ ਨਾਲ ਇੱਜ਼ਤ ਦੇ ਸਕਦੇ ਔਰਤ ਨੂੰ ਜਿਹੜੀ ਕਿ ਦੇਣੀ ਚਾਹੀਦੀ ਹੈ, ਤੇ ਜਾ ਕੇ ਆਪਣੇ ਮੁਲਕ ਦਾ ਵੀ ਕਈ ਬਦਨਾਮ ਕਰਦੇ ਆ ਨਾਮ ਜਿਹੜਾ ਜਾ ਕੇ। ਸੋ ਇਹ ਗੱਲਾਂ ਜਿਹੜੀਆਂ ਨੇ, ਇਹ ਸਾਨੂੰ ਇਹ ਕਹਾਣੀਆਂ ਦੇ ਵਿੱਚ ਆਪਣਿਆਂ ਨੂੰ ਚੇਤਨ ਕਰਦੀਆਂ ਨੇ ਵੀ ਇਹ ਸਾਡੇ 'ਚ ਕੀ ਹੋ ਰਿਹਾ ਤੇ ਕੀ ਹੋਣਾ ਚਾਹੀਦਾ। ਫਿਰ ਔਰਤਾਂ ਦੀ ਔਰਤ ਦੀ ਮਾਨਸਿਕਤਾ ਨੂੰ ਮੈਂ ਸਮਝਦੀ ਹਾਂ। ਮੈਂ ਕਹਾਣੀਆਂ ਦੇ ਵਿੱਚ ਮੈਂ ਹੈਰਾਨ ਹੋ ਜਾਂਦੀ ਪੜ੍ਹ ਕੇ, ਜੋ ਕਹਾਣੀਆਂ ਪੜ੍ਹਦੀ ਹਾਂ, ਕਿ ਮੈਂ ਕਹਿੰਦੀ ਵੀ ਜਿਵੇਂ ਬਿਲਕੁਲ ਔਰਤ ਦੇ ਅੰਦਰ ਬੈਠ ਕੇ, ਮਨ ਦੇ ਵਿੱਚ ਬੈਠ ਕੇ ਕਹਾਣੀਆਂ ਰਚੀਆਂ, ਤੇ ਇੰਨੀ ਜ਼ਿਆਦਾ ਡੀਪਲੀ ਕਿਵੇਂ ਸਮਝਿਆ ਗਰੇਵਾਲ ਸਾਹਿਬ ਨੇ। ਉਹ ਬਹੁਤ ਔਰਤ ਦੀ ਮਾਨਸਿਕਤਾ ਨੂੰ ਇੰਨੀ ਬਰੀਕੀ ਨਾਲ ਸਮਝਿਆ, ਔਰ ਇੰਨੀ ਵਧੀਆ ਤਰੀਕੇ ਨਾਲ ਗੱਲ ਕਰਨੀ ਉਸ ਬਾਰੇ। ਔਰ ਉਹਨੂੰ ਲੱਗ ਰਿਹਾ ਵੀ ਜਿਵੇਂ ਵਾਕਈ ਅੰਦਰ ਉਹ ਔਰਤ ਜਿਹੜੀ ਹੈ ਸ਼ਾਇਦ ਆਪਣੇ ਆਪ ਬਾਰੇ ਉਹ ਓਨਾ ਖੁਦ ਵੀ ਨਹੀਂ ਜਾਣਦੀ ਜਿੰਨਾ ਕਿ ਮਤਲਬ ਇਹਨਾਂ ਕਹਾਣੀਆਂ ਦੇ ਵਿੱਚ ਉਹ ਸਮਝ ਕੇ ਇਸ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਰੌਚਕਤਾ, ਉਤਸੁਕਤਾ ਇਹਨਾਂ ਕਹਾਣੀਆਂ ਦੇ ਵਿੱਚ, ਫਿਰ ਜਿਹੜੇ ਵਿਸ਼ੇ ਲਏ ਆ ਉਹਨਾਂ ਨੇ, ਉਹ ਵੀ ਮਤਲਬ ਵੱਖਰੇ ਤਰ੍ਹਾਂ ਦੇ ਆ। ਜਿਹੜਾ ਬਾਹਰ ਇੱਕ ਸੀਤੇ ਬੁੱਲਾਂ ਦਾ ਸੁਨੇਹਾ, ਜਿਹੜਾ ਉਹਦੇ ਵਿੱਚ ਜਿਹੜੀ ਕਿਤਾਬ ਦਾ ਜਿਹੜਾ ਟਾਈਟਲ ਹੈ, ਉਹ ਪਿਆਰੀ ਜੀ ਫੋਟੋ ਜਿਹੜੀ ਉਹਨਾਂ ਲਾਈ ਆ, ਇਮਰੋਜ਼ ਜੀ ਦੀ ਬਣਾਈ ਹੋਈ ਹੈ। ਸ਼ਮਾ ਮੈਗਜ਼ੀਨ ਦੇ ਵਿੱਚ, ਉਹ ਇੱਕ ਸ਼ਮਾ ਮੈਗਜ਼ੀਨ ਸੀ, ਉਹਦੇ ਇੱਕ ਟਾਈਟਲ ਸੀਗਾ ਇੱਕ, ਤੇ ਉਹ ਮਤਲਬ ਬਹੁਤ ਖੂਬਸੂਰਤ ਜਿਹੜਾ ਇਹਨਾਂ ਨੇ ਚੋਣ ਕੀਤੀ ਆ ਆਪਣੇ ਸੀਤੇ ਬੁੱਲਾਂ ਦਾ ਸੁਨੇਹਾ ਦੇਣ ਦੇ ਵਿੱਚ। ਸੋ ਇਹ ਸੀਤੇ ਬੁੱਲਾਂ ਦਾ ਸੁਨੇਹਾ ਜਿਹੜੀਆਂ ਕਹਾਣੀਆਂ ਨੇ, ਮੈਨੂੰ ਇਹ ਬਹੁਤ ਖੂਬਸੂਰਤ ਲੱਗੀਆਂ ਨੇ। ਬਾਕੀ ਜੋ ਉਹਦੇ ਵਿੱਚ ਥੋੜ੍ਹੀਆਂ ਬਹੁਤ ਜਿਹੜੀਆਂ ਆਪਾਂ ਕਹਿੰਦੇ ਆ ਪਿਆ ਹੋਣਾ ਚਾਹੀਦਾ ਜਾਂ ਕਿੱਦਾਂ, ਉਹ ਅੱਗੇ ਤੁਰਨ ਲਈ ਸੰਕੇਤ ਕਰਦਾ ਕਿ ਉਹ ਹੋਰ ਵਧੀਆ ਸਾਹਿਤ ਰਚਣਗੇ, ਔਰ ਨਵੀਆਂ ਹੋਰ ਕਹਾਣੀਆਂ ਜਿਹੜੀਆਂ ਕਿ ਕੁਝ ਨੁਕਤੇ ਜਿਹੜੇ ਉਠਾਏ ਗਏ ਇਹਦੇ ਵਿੱਚ, ਉਹਨਾਂ ਨੂੰ ਧਿਆਨ 'ਚ ਰੱਖ ਕੇ, ਕਿਉਂਕਿ ਉਹਨਾਂ ਦਾ ਲਿਖਣ ਦੀ ਸ਼ੈਲੀ ਹੈ ਉਹ ਬਹੁਤ ਖੂਬਸੂਰਤ ਹੈ, ਉਹ ਬੰਦੇ ਪਾਠਕ ਨੂੰ ਆਪਣੇ ਨਾਲ ਤੋਰਦੀ ਹੈ। ਸੋ ਇਸ ਕਰਕੇ ਮੈਂ ਉਹਨਾਂ ਨੂੰ ਇਸ ਕਿਤਾਬ ਦੇ ਆਪਣੇ ਤਹਿ ਦਿਲੋਂ ਵਧਾਈ ਦਿੰਦੀ ਹਾਂ। ਔਰ ਮੈਂ ਇਹਦਾ ਜਿਹੜਾ ਕੱਲੀ ਕਹਾਣੀ ਦਾ ਜਿਹੜਾ ਆਪਣੇ ਵੱਲੋਂ ਇੱਕ ਆਰਟੀਕਲ, ਉਹ ਮੈਂ ਜਲਦੀ ਕਿਸੇ ਅਖਬਾਰ 'ਚ ਛਪਵਾਉਂਗੀ, ਜਿਸ ਕਰਕੇ ਹੁਣ ਮੈਂ, ਕਿਉਂਕਿ ਟਾਈਮ ਥੋੜ੍ਹਾ, ਇਸ ਕਰਕੇ ਮੈਂ ਕੱਲੀ ਕਹਾਣੀ ਦਾ ਜ਼ਿਕਰ ਜਿਹੜਾ ਇਸ ਵੇਲੇ ਨਹੀਂ ਕਰਾਂਗੀ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਤੇਜਿੰਦਰ ਮੈਡਮ। ਡਾਕਟਰ ਤੇਜਿੰਦਰ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਸੈਂਟਰ ਜਲੰਧਰ ਤੋਂ ਸਾਡੇ ਨਾਲ ਜੁੜੇ ਹੋਏ ਸੀ।